ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਰਾਹੀਂ ਅਸੀਂ ਭਾਰਤੀ ਨਿਆਂਪਾਲਿਕਾ ਜਾਂ ਖਾਸ ਕਰਕੇ ਉੱਚ ਅਦਾਲਤਾਂ ਵਿੱਚ ਆਈ ਜਿਹੜੀ ਕਮਜ਼ੋਰੀ ਹੈ ਜਾਂ ਉਹਨਾਂ ਦਾ ਜਿਹੜਾ ਇਨਸਾਫ ਦੇਣ ਦਾ ਇੱਕ ਆਦਰਸ਼ ਤੇ ਵਿਸ਼ਵਾਸ ਸੀ ਉਹਨੂੰ ਜਿਹੜਾ ਖੋਰਾ ਲੱਗਿਆ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਪੰਜਾਬ ਦੇ ਲੋਕ ਸਿੱਖ ਜਾਂ ਜਿਹੜੇ ਹੋਰ ਘੱਟ ਗਿਣਤੀਆਂ ਨੇ ਜਾਂ ਜਿਹੜੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀਆਂ ਕਾਰਕੁਨ ਨੇ ਉਹ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਸਨ ਕਿ ਭਾਰਤੀ ਅਦਾਲਤਾਂ ਇੱਕ ਤਰ੍ਹਾਂ ਨਾਲ ਇਨਸਾਫ ਦੇ ਮੰਦਰ ਨਹੀਂ ਰਹੀਆਂ, ਉਹਨਾਂ ਵਿੱਚ ਬਹੁਤ ਸਾਰੀ ਸਿਆਸਤ ਚੱਲਦੀ ਹੈ। ਸੋ ਅਦਾਲਤਾਂ ਦੀ ਸਿਆਸਤ ਆ ਜਿਨ੍ਹਾਂ ਨੇ ਇਸ ਅਦਾਲਤਾਂ ਦੀ ਇਸ ਸਿਆਸਤ ਨੂੰ ਪੰਡੇ 'ਤੇ ਹੰਢਾਇਆ ਹੈ ਉਹਨਾਂ ਨੂੰ ਸਭ ਤੋਂ ਵੱਧ ਗਿਆਨ ਸੀ ਕਿ ਅਦਾਲਤਾਂ, ਭਾਰਤੀ ਅਦਾਲਤਾਂ ਖਾਸ ਕਰਕੇ ਹਾਈ ਕੋਰਟਾਂ ਤੇ ਸੁਪਰੀਮ ਕੋਰਟਾਂ ਕਿਸ ਤਰ੍ਹਾਂ ਸਿਆਸੀ ਫੈਸਲੇ ਲੈਂਦੀਆਂ ਹਨ। ਹਾਲ ਦੀ ਘੜੀ ਹਾਈ ਕੋਰਟਾਂ ਵੀ ਕਿਤੇ ਨਾ ਕਿਤੇ ਇਨਸਾਫ ਦੀ ਗੱਲ ਕਰ ਜਾਂਦੀਆਂ ਹਨ, ਪਰ ਸੁਪਰੀਮ ਕੋਰਟ ਵਿੱਚ ਜਿਸ ਕਿਸਮ ਦੀ ਸਿਆਸਤ ਚੱਲਦੀ ਹੈ ਉਸ ਤੋਂ ਸਾਰੇ ਭਲੀ ਪ੍ਰਕਾਰ ਵਾਕਫ ਸਨ। ਬੇਸ਼ੱਕ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ, ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਜਾਂ ਜਿਨ੍ਹਾਂ ਥਾਵਾਂ 'ਤੇ ਭਾਰਤੀ ਸਟੇਟ ਦੀ ਫੌਜ ਤੇ ਪੁਲਿਸ ਵੱਲੋਂ ਤਸ਼ੱਦਦ ਕੀਤਾ ਜਾਂਦਾ ਹੈ ਉਹਨਾਂ ਸਾਰਿਆਂ ਵੱਲੋਂ ਇਹ ਆਵਾਜ਼ ਉਠਾਈ ਜਾ ਰਹੀ ਸੀ ਕਿ ਭਾਰਤੀ ਸੁਪਰੀਮ ਕੋਰਟ ਦੇ ਬਹੁਤ ਸਾਰੇ ਫੈਸਲੇ ਆ ਜਿਹੜੇ ਉਹ ਇਨਸਾਫ ਦੇ ਤਕਾਜ਼ੇ ਨਾਲੋਂ ਸਿਆਸਤ ਤੋਂ ਵੱਧ ਪ੍ਰੇਰਿਤ ਹੁੰਦੇ ਹਨ। ਪਰ ਇਹਨਾਂ ਸਾਰੀਆਂ ਘੱਟ ਗਿਣਤੀਆਂ ਨੂੰ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਭਾਰਤ ਸਰਕਾਰ ਜਾਂ ਈਵਨ ਸੁਪਰੀਮ ਕੋਰਟ ਵੀ ਇਹ ਕਹਿ ਕੇ ਨਕਾਰ ਦਿੰਦੀ ਸੀ ਕਿ ਤੁਹਾਡੀ ਜਿਹੜੀ ਨਜ਼ਰ ਹੈਗੀ ਆ ਉਹ ਤੰਗ ਨਜ਼ਰ ਹੈ, ਤੁਸੀਂ ਇਨਸਾਫ ਦੇ ਤਕਾਜ਼ੇ ਨੂੰ ਸਮਝਦੇ ਨਹੀਂ ਜਾਂ ਉਹਨਾਂ 'ਤੇ ਵੱਖਵਾਦ, ਅੱਤਵਾਦ ਜਾਂ ਗੈਰ ਰਾਸ਼ਟਰੀ ਜਿਹੜੇ ਵਿਚਾਰ ਨੇ ਉਹਨਾਂ ਨੂੰ ਪ੍ਰਗਟਾਉਣ ਦੇ ਦੋਸ਼ ਲਗਾ ਦਿੱਤੇ ਜਾਂਦੇ ਸਨ। ਪਰ ਪਿਛਲੇ ਦਿਨਾਂ ਦੌਰਾਨ ਭਾਰਤੀ ਸੁਪਰੀਮ ਕੋਰਟ ਵਿੱਚ ਜੋ ਵਾਪਰਿਆ ਹੈ ਉਸਨੇ ਨਾ ਕੇਵਲ ਸਿੱਖਾਂ ਦੀ ਜਾਂ ਹੋਰ ਘੱਟ ਗਿਣਤੀਆਂ ਦੀ ਜਿਹੜੀ ਆਵਾਜ਼ ਸੀ ਉਹਨੂੰ ਇੱਕ ਤਰ੍ਹਾਂ ਨਾਲ ਪੁਖਤਾ ਸਾਬਤ ਕੀਤਾ ਹੈ, ਬਲਕਿ ਵੱਡੀ ਗੱਲ ਇਹ ਹੋਈ ਹੈ ਕਿ ਭਾਰਤ ਦੀ ਹਿੰਦੂ ਬਹੁਗਿਣਤੀ ਵੱਲੋਂ ਹੀ ਭਾਰਤੀ ਸੁਪਰੀਮ ਕੋਰਟ ਵੱਲੋਂ ਕੀਤੀ ਜਾ ਰਹੀ ਸਿਆਸਤ ਦੇ ਪਰਦੇ ਆ ਜਿਹੜੇ ਉਹ ਫਾਸ਼ ਕੀਤੇ ਜਾ ਰਹੇ ਆ। ਸੋ ਸਿੱਖਾਂ ਨੂੰ ਤਾਂ ਇਸ ਬਾਰੇ ਕੋਈ ਵੀ ਭੁਲੇਖਾ ਨਹੀਂ ਸੀ ਕਿ ਭਾਰਤੀ ਸੁਪਰੀਮ ਕੋਰਟ ਵਿੱਚ ਬਹੁਤੇ ਫੈਸਲੇ ਆ ਜਿਹੜੇ ਸਿਆਸਤ ਤੋਂ ਪ੍ਰੇਰਿਤ ਹੁੰਦੇ ਹਨ, ਕਿਉਂਕਿ ਪੰਜਾਬ ਦੇ ਪਾਣੀਆਂ ਨੂੰ ਖੋਹਣ, ਪੰਜਾਬ ਦੇ ਹੱਕਾਂ ਨੂੰ ਖੋਹਣ ਜਾਂ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਜਿੰਨੇ ਵੀ ਮਾਮਲੇ ਪੰਜਾਬ ਵਿੱਚੋਂ ਗਏ ਨੇ ਸੁਪਰੀਮ ਕੋਰਟ ਨੇ ਉਹਨਾਂ ਸਾਰਿਆਂ 'ਤੇ ਕੂਚੀ ਫੇਰ ਦਿੱਤੀ। ਉਸ ਸੰਦਰਭ ਵਿੱਚ ਸਿਰਫ ਸਰਕਾਰਾਂ ਦੀ ਗੱਲ ਹੀ ਸੁਣੀ ਗਈ, ਪਰ ਪੰਜਾਬ ਦੀ ਜਿਹੜੇ ਪੀੜਤ ਧਿਰਾਂ ਸੀ ਉਹਨਾਂ ਦੀ ਗੱਲ ਨਹੀਂ ਸੁਣੀ ਗਈ। ਇੱਥੋਂ ਤੱਕ ਕਿ ਭਾਈ ਜਸਵੰਤ ਸਿੰਘ ਖਾਲੜਾ ਜੀ ਵੱਲੋਂ ਬਹੁਤ ਵੱਡੀ ਮਿਹਨਤ ਕਰਕੇ ਜੋ 25,000 ਲਾਸ਼ਾਂ ਪੰਜਾਬ ਵਿੱਚ ਲੱਭੀਆਂ ਗਈਆਂ ਸਨ ਜਾਂ ਜਿਨ੍ਹਾਂ ਬਾਰੇ ਇਹ ਸ਼ੱਕ ਕੀਤਾ ਜਾਂਦਾ ਸੀ ਕਿ ਫੌਜੀ ਦਸਤਿਆਂ ਨੇ, ਪੰਜਾਬ ਪੁਲਿਸ ਨੇ ਜਾਂ ਨੀਮ ਫੌਜੀ ਦਸਤਿਆਂ ਨੇ ਉਹਨਾਂ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਖਪਾ ਦਿੱਤਾ ਹੈ, ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਹੈ। ਉਸ ਕੇਸ ਦੀ ਸੁਣਵਾਈ ਪਹਿਲਾਂ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਗਈ। ਜਦੋਂ ਮਨੁੱਖੀ ਅਧਿਕਾਰ ਕਮਿਸ਼ਨ ਨੇ ਹੱਥ ਖੜੇ ਕੀਤੇ ਤਾਂ ਬਹੁਤ ਹੀ ਢਿੱਲੇ ਜਿਹੇ ਮਨ ਨਾਲ ਉਸ ਕੇਸ ਦੀ ਸੁਣਵਾਈ ਸੁਪਰੀਮ ਕੋਰਟ ਨੂੰ ਦਿੱਤੀ ਗਈ। ਸੁਪਰੀਮ ਕੋਰਟ ਨੇ ਸਾਰੀਆਂ ਲੱਭਤਾਂ ਦੇ ਬਾਵਜੂਦ, ਸਾਰੇ ਕਾਨੂੰਨੀ ਜਿਹੜੇ ਦਸਤਾਵੇਜ਼ ਸੀ ਉਹਨਾਂ ਦੇ ਬਾਵਜੂਦ ਵੀ ਕਿਸੇ ਇੱਕ ਵੀ ਪੁਲਿਸ ਅਧਿਕਾਰੀ ਨੂੰ ਜਾਂ ਫੌਜੀ ਅਧਿਕਾਰੀ ਨੂੰ ਸਜ਼ਾ ਨਹੀਂ ਦਿੱਤੀ, ਬਲਕਿ ਪੀੜਤਾਂ ਨੂੰ ਥੋੜ੍ਹੇ ਪੈਸੇ ਦੇਣ ਦਾ ਐਲਾਨ ਕਰ ਦਿੱਤਾ। ਤੁਸੀਂ ਦੇਖੋ ਵੀ 25,000 ਬੰਦਾ ਕਤਲ ਹੋਇਆ ਹੋਵੇ ਤੇ ਸੁਪਰੀਮ ਕੋਰਟ ਕਿਸੇ ਇੱਕ ਵੀ ਵਿਅਕਤੀ ਤੇ ਦੋਸ਼ ਆਇਦ ਨਾ ਕਰੇ ਜਾਂ ਕਿਸੇ ਤੇ ਵੀ ਕੇਸ ਦਰਜ ਨਾ ਕਰੇ ਤਾਂ ਇਹ ਗੱਲ ਸਮਝ ਆਉਂਦੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਸੀ ਜਿਹੜੇ ਉਹ ਇਨਸਾਫ ਤੋਂ ਜਾਂ ਕਾਨੂੰਨ ਤੋਂ ਪ੍ਰੇਰਿਤ ਨਹੀਂ ਸੀ ਬਲਕਿ ਸਿਆਸਤ ਤੋਂ ਪ੍ਰੇਰਿਤ ਸੀ। ਹੁਣ ਜਿਹੜਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਉਹਦਾ ਸੰਬੰਧ ਹੈ ਇੱਕ ਹਿੰਦੂ ਅਖੌਤੀ ਪੱਤਰਕਾਰ ਨਾਲ। ਅਸੀਂ ਉਹਨੂੰ ਪੱਤਰਕਾਰ ਨਹੀਂ ਕਹਿ ਸਕਦੇ ਕਿਉਂਕਿ ਦੁਨੀਆ ਭਰ ਵਿੱਚ ਸ਼ਾਇਦ ਮੇਰਾ ਖਿਆਲ ਇਹ ਪਹਿਲਾ ਪੱਤਰਕਾਰ ਹੋਊਗਾ ਜਿਸ ਨੇ ਇਸ ਕਿਸਮ ਦੀ ਇੱਕ ਨਵੀਂ ਲੀਹ ਆ ਜਿਹੜੀ ਪੈਦਾ ਕੀਤੀ ਹੈਗੀ ਆ। ਸੋ ਉਹ ਪੱਤਰਕਾਰ ਨਹੀਂ ਹੈ, ਸਿਆਸਤਦਾਨਾਂ ਦਾ ਇੱਕ ਤਰ੍ਹਾਂ ਨਾਲ ਭੌਂਕਾ ਕਹਿ ਸਕਦੇ ਆਪਾਂ। ਸੋ ਉਹ ਵਿਅਕਤੀ ਜੋ ਹਰ ਰੋਜ਼ ਪੱਤਰਕਾਰ ਦਾ ਦੇ ਨਾਂ 'ਤੇ ਚੀਕ ਕੇ ਉੱਚੀ ਆਵਾਜ਼ ਵਿੱਚ ਇੱਕ ਤਰ੍ਹਾਂ ਨਾਲ ਬਹੁਤ ਹੀ ਸਨਸਨੀਖੇਜ ਜਾਂ ਗੂੰਜਵੀਂ ਆਵਾਜ਼ ਵਿੱਚ ਆਪਣੀਆਂ ਜਿਹੜੀਆਂ ਅਟਾ-ਪਟਾ ਗੱਲਾਂ ਨੇ, ਜਿਹੜੀਆਂ ਊਟ-ਪਟਾਂਗ ਗੱਲਾਂ ਨੇ ਉਹ ਕਹਿਣ ਦਾ ਉਹ ਇੱਕ ਤਰ੍ਹਾਂ ਨਾਲ ਹਰ ਰੋਜ਼ ਇਰਾਦਾ ਕਰਦਾ ਹੈ ਜਾਂ ਉਹਨਾਂ ਨੂੰ ਸਾਹਮਣੇ ਲਿਆਉਂਦਾ ਹੈ। ਸੋ ਉਹ ਜਰਨਲਿਜ਼ਮ ਨਹੀਂ ਹੈ, ਉਹ ਪੱਤਰਕਾਰਤਾ ਨਹੀਂ ਹੈ ਉਹ ਜੋ ਕਰ ਰਿਹਾ। ਉਹਦੇ ਅੰਦਰਲੀ ਨਫ਼ਰਤ ਹੈ, ਉਹਦੇ ਅੰਦਰ ਜਿਹੜਾ ਕੂੜ ਭਰਿਆ ਪਿਆ ਉਹ ਆਪਣੇ ਕੂੜ ਨੂੰ ਜਾਂ ਆਪਣੀ ਨਫ਼ਰਤ ਨੂੰ ਜਿਹੜੀ ਲੋਕਾਂ ਦੇ ਖਿਲਾਫ ਉਹ ਅਤੇ ਅੰਨੀ ਕਿਸਮ ਦੀ ਨਫ਼ਰਤ ਲਈ ਬੈਠਾ ਹੈ ਉਸ ਨੂੰ ਉਹ ਕੂਕ ਕੇ ਜ਼ੋਰ ਦੀ ਭੌਂਕ ਕੇ ਸਾਰਿਆਂ ਦੇ ਸਾਹਮਣੇ ਰੱਖਦਾ ਹੈ। ਸੋ ਇਹ ਭਾਰਤੀ ਲੋਕਾਂ ਦਾ ਦੁਖਾਂਤ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਉਸ ਪੱਤਰਕਾਰਤਾ ਨੂੰ ਦੇਖ ਰਹੇ ਆ ਅਤੇ ਉਹਦਾ ਆਨੰਦ ਮਾਣ ਰਹੇ ਆ। ਸੋ ਇਹ ਭਾਰਤੀ ਲੋਕਾਂ ਦੇ ਮਾਨਸਿਕ ਤੌਰ 'ਤੇ ਬਿਮਾਰ ਹੋਣ ਦੀ
ਨਿਸ਼ਾਨੀ ਵੀ ਆਖੀ ਜਾ ਸਕਦੀ ਹੈ। ਸੋ ਉਹ ਪੱਤਰਕਾਰ ਪਿਛਲੇ ਦਿਨੀ ਉਸ ਦੀ ਗ੍ਰਿਫਤਾਰੀ ਹੋਈ। ਗ੍ਰਿਫਤਾਰੀ ਵੀ ਇਸ ਮਾਮਲੇ 'ਚ ਹੋਈ ਕਿ ਕਿਸੇ ਫਰਮ ਤੋਂ ਉਸਨੇ ਕੋਈ ਕੰਮ ਕਰਵਾਇਆ ਸੀ ਆਪਣੇ ਸਟੂਡੀਓ 'ਚ ਜਾਂ ਘਰ ਵਿੱਚ। ਉਸ ਫਰਮ ਨੂੰ ਉਹਨਾਂ ਨੇ ਪੈਸੇ ਜਿਹੜੀ ਅਦਾਇਗੀ ਸੀ ਨਹੀਂ ਦਿੱਤੀ, ਜਿਹੜੀ ਕਿ ਕਰੋੜਾਂ ਰੁਪਏ ਦੀ ਮੰਨੀ ਜਾ ਰਹੀ ਹੈਗੀ ਆ। ਸੋ ਉਹਨਾਂ ਜਿਹੜੀ ਉਸ ਫਰਮ ਦਾ ਮਾਲਕ ਸੀ ਉਹ ਹਿੰਦੂ ਨੌਜਵਾਨ, ਉਹਨੇ ਤੇ ਉਹਦੀ ਮਾਂ ਨੇ ਪੈਸੇ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀ ਨੋਟ ਵਿੱਚ ਇਹ ਲਿਖਿਆ ਕਿ ਸਾਨੂੰ ਉਸ ਅਰਨਬ ਗੋਸਵਾਮੀ ਨਾਂ ਦੇ ਪੱਤਰਕਾਰ ਨੇ ਸਾਤੋਂ ਕੰਮ ਕਰਵਾ ਲਿਆ ਪਰ ਸਾਨੂੰ ਪੈਸੇ ਨਹੀਂ ਦਿੱਤੇ। ਸੋ ਉਹ ਦੋਸ਼ ਸੀ ਜਿਹੜਾ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਉਹਦੇ 'ਤੇ ਇੱਕ ਫੌਜਦਾਰੀ ਮੁਕੱਦਮਾ ਜਿਹੜਾ 302 ਦਾ ਜਾਂ 303 ਦਾ ਜਾਂ 304 ਦਾ ਜੋ ਵੀ ਬਣਦਾ ਹੈ ਉਹ ਕਾਨੂੰਨ ਜਾਣਦਾ ਹੈ। ਸੋ ਸਾਡਾ ਕਾਨੂੰਨ ਦੇ ਇਸ ਮਾਮਲੇ ਵਿੱਚ ਦਖਲ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਸ 'ਤੇ ਕੇਸ ਦਰਜ ਹੋਇਆ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਹੇਠਲੀ ਅਦਾਲਤ ਵੱਲੋਂ ਅਤੇ ਹਾਈ ਕੋਰਟ ਵੱਲੋਂ ਉਹਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਪਰ ਦੁਖਦਾਈ ਗੱਲ ਇਹ ਹੈ ਵੀ ਸੁਪਰੀਮ ਕੋਰਟ ਜਿਹੜੀ ਕਿ ਇਸ ਵੇਲੇ ਕਰੋਨਾ ਵਾਇਰਸ ਕਰਕੇ ਜਾਂ ਛੁੱਟੀਆਂ ਕਰਕੇ ਬੰਦ ਪਈ ਹੈ, ਜਿੱਥੇ ਕਿ ਹੋਰ ਲੋਕਾਂ ਦੀ, ਪੂਰੇ ਭਾਰਤ ਦੇ ਨਾਗਰਿਕਾਂ ਦੀ ਸੁਣਵਾਈ ਨਹੀਂ ਹੋ ਰਹੀ, ਉੱਥੇ ਬਹੁਤ ਹੀ ਤੇਜ਼ੀ ਨਾਲ ਸਰਗਰਮੀ ਹੋਈ ਅਤੇ ਅਰਨਬ ਗੋਸਵਾਮੀ ਦਾ ਕੇਸ ਜਿਹੜਾ ਬਿਨਾਂ ਕਿਸੇ ਲਾਈਨ ਵਿੱਚ ਲੱਗਿਆ ਸਭ ਤੋਂ ਪਹਿਲ ਦੀ ਆਧਾਰ 'ਤੇ ਸੁਣਿਆ ਗਿਆ। ਸੋ ਉਹਦੀ ਰਜਿਸਟਰੀ ਆ ਜਿਹੜੀ ਸੁਪਰੀਮ ਕੋਰਟ ਵਿੱਚ ਸਭ ਤੋਂ ਪਹਿਲਾਂ ਹੋਈ। ਸੋ ਇਸ ਮਾਮਲੇ 'ਤੇ ਜਿਹੜੇ ਵੱਡੇ ਸਵਾਲ ਆ ਇੱਕ ਤਾਂ ਉੱਠ ਰਹੇ ਆ ਵੀ ਜਦੋਂ ਹਜ਼ਾਰਾਂ ਲੋਕ ਜੇਲ੍ਹਾਂ ਵਿੱਚ ਬੰਦ ਹਨ, ਉਹਨਾਂ ਦੇ ਕੇਸਾਂ ਦੀ ਰਜਿਸਟਰੀ ਨਹੀਂ ਹੋ ਰਹੀ, ਉਹਨਾਂ ਦੀ ਸੁਪਰੀਮ ਕੋਰਟ ਸੁਣਵਾਈ ਨਹੀਂ ਕਰ ਰਹੀ। ਕੀ ਕਾਰਨ ਹੈ? ਕੀ ਇਸ ਤਰ੍ਹਾਂ ਦੇ ਕਾਰਨ ਬਣੇ ਕਿ ਅਰਨਬ ਗੋਸਵਾਮੀ ਨਾਂ ਦਾ ਇੱਕ ਹਿੰਦੂ ਪੱਤਰਕਾਰ ਜੋ ਕਿ ਸਰਕਾਰ ਦਾ ਚਹੇਤਾ ਹੈ, ਉਹਦੀ ਜ਼ਮਾਨਤ ਦੀ ਸੁਣਵਾਈ ਸਾਰੀਆਂ ਲਾਈਨਾਂ ਲੰਘ ਕੇ ਸਭ ਤੋਂ ਮੂਹਰੇ ਕਰ ਦਿੱਤੀ ਗਈ। ਉਹਦੇ ਵਿੱਚ ਜਿਹੜੇ ਰਜਿਸਟਰੀ ਕਲਰਕ ਨੇ ਉਹ ਸ਼ਾਮਲ ਨੇ, ਰਜਿਸਟਰਾਰ ਸ਼ਾਮਲ ਨੇ, ਜਾਂ ਜਿਹੜੇ ਸਰਕਾਰੀ ਵਕੀਲ ਜਿਨ੍ਹਾਂ ਨੂੰ ਐਡਵੋਕੇਟ ਜਨਰਲ ਕਿਹਾ ਜਾਂਦਾ ਹੈ ਉਹ ਸ਼ਾਮਲ ਨੇ। ਸਮੁੱਚਾ ਤੰਤਰ ਆ ਜਿਹੜਾ ਉਹ ਸ਼ਾਮਲ ਆ। ਉਹਨੇ ਇੱਕ ਤਮਾਸ਼ਾ ਕਰਿਆ ਉਸ ਸਾਰੇ ਸਿਸਟਮ ਨੂੰ, ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਵੀ ਜਿੱਚ ਕਰਨ ਦਾ ਉਸ ਤਮਾਸ਼ਾ ਬਣਾਇਆ ਗਿਆ। ਸੋ ਉਹਦੀ ਜਿਹੜੀ ਪਟੀਸ਼ਨ ਸੀ ਇੱਕਦਮ ਅਗਲੇ ਦਿਨ ਹੀ ਸੁਣੀ ਗਈ। ਦੇਖੋ ਵੀ ਕਿੰਨੇ ਲੋਕ ਨੇ, ਹਜ਼ਾਰਾਂ ਲੋਕ ਇਸ ਵੇਲੇ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਦੀਆਂ ਪਟੀਸ਼ਨਾਂ ਨਹੀਂ ਸੁਣੀਆਂ ਜਾ ਰਹੀਆਂ ਕਿਉਂਕਿ ਆਖਿਆ ਜਾ ਰਿਹਾ ਕਿ ਕਰੋਨਾ ਵਾਇਰਸ ਕਰਕੇ ਭਾਰਤੀ ਅਦਾਲਤਾਂ ਬੰਦ ਨੇ। ਪਰ ਇੱਕ ਪੱਤਰਕਾਰ ਜਿਹਦੇ ਸਰਕਾਰ ਨਾਲ ਸੰਬੰਧ ਨੇ, ਜਿਹੜਾ ਸਰਕਾਰਾਂ ਦੇ ਨੇੜੇ ਹੈ ਅਤੇ ਜੋ ਬਹੁਤ ਹੀ ਮਹਿੰਗਾ ਵਕੀਲ ਕਰ ਸਕਦਾ ਹੈ, ਉਸ ਦੀ ਸੁਣਵਾਈ ਅਗਲੇ ਦਿਨ ਹੀ ਹੋਈ ਤੇ ਇੱਕ ਦਿਨ ਬਾਅਦ ਹੀ ਉਹਦੇ ਤੇ ਫੈਸਲਾ ਵੀ ਆ ਗਿਆ। ਤੁਸੀਂ ਦੇਖੋ ਵੀ ਕਿਉਂਕਿ ਉਹਨੂੰ ਰਿਹਾ ਕੀਤਾ ਜਾਣਾ ਸੀ। ਇਹਦਾ ਮਤਲਬ ਰਿਹਾਈ ਦਾ ਫੈਸਲਾ ਪਹਿਲਾਂ ਹੋ ਚੁੱਕਿਆ ਸੀ। ਸੁਪਰੀਮ ਕੋਰਟ ਨੇ ਸਿਰਫ ਡਰਾਮਾ ਕਰਿਆ। ਉਹ ਸਿਆਸਤ ਤੋਂ ਪ੍ਰੇਰਿਤ ਆ ਜਿਹੜਾ ਫੈਸਲਾ ਉਹ ਸਭ ਦੇ ਸਾਹਮਣੇ ਆਇਆ ਤੇ ਸੁਪਰੀਮ ਕੋਰਟ ਨੇ ਬੰਬੇ ਹਾਈ ਕੋਰਟ ਨੂੰ ਤੇ ਮਹਾਰਾਸ਼ਟਰ ਸਰਕਾਰ ਨੂੰ ਝਾੜਾਂ ਪਾਉਂਦਿਆਂ ਕਿਹਾ ਵੀ ਤੁਸੀਂ ਕਿਸੇ ਲੋਕਾਂ ਦੀ ਜਿਹੜੀ ਮਨੁੱਖੀ ਆਜ਼ਾਦੀ ਆ, ਜਿਹੜੀ ਆਜ਼ਾਦ ਰਹਿਣ ਦੀ ਆਜ਼ਾਦੀ ਆ, ਜਿਹੜੀ ਲਿਬਰਟੀ ਆ ਲਾਈਫ ਦੀ, ਉਹਦੇ ਤੇ ਤੁਸੀਂ ਪਾਬੰਦੀਆਂ ਲਾਈਆਂ ਨੇ। ਕਿਸੇ ਨੂੰ ਵੀ ਤੁਸੀਂ ਇਸ ਤਰ੍ਹਾਂ ਕੋਈ ਵੀ ਅਦਾਲਤ ਆ ਜਿਹੜੀ ਉਹ ਜੇਲ੍ਹ ਵਿੱਚ ਨਹੀਂ ਰੱਖ ਸਕਦੀ। ਸੋ ਇਹ ਸੁਪਰੀਮ ਕੋਰਟ ਦੇ ਜਿਹੜੇ ਫੈਸਲੇ ਨੇ। ਸੋ ਹੁਣ ਜਦੋਂ ਸੁਪਰੀਮ ਕੋਰਟ ਇਹ ਕਹਿ ਰਹੀ ਹੈ ਬਈ ਕਿਸੇ ਨੂੰ ਵੀ ਤੁਸੀਂ ਜਿਹੜੀ ਉਹਦੀ ਪਰਸਨਲ ਲਿਬਰਟੀ ਆ, ਨਿੱਜੀ ਆਜ਼ਾਦੀ ਆ, ਉਹਦੇ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਤਾਂ ਇੱਥੇ ਸਵਾਲ ਉੱਠਦਾ ਹੈ ਕਿ ਜਿਹੜੇ ਹਜ਼ਾਰਾਂ ਲੱਖਾਂ ਲੋਕ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਦੀ ਜਿਹੜੀ ਨਿੱਜੀ ਆਜ਼ਾਦੀ ਆ ਉਹਦੇ ਨਾਲ ਸੁਪਰੀਮ ਕੋਰਟ ਕਾਹਤੋਂ ਫਿਰ ਤਮਾਸ਼ਾ ਕਰ ਰਹੀ ਹੈ? ਉਹਦੇ ਨਾਲ ਸਮਝੌਤਾ ਕਿਉਂ ਕੀਤਾ ਜਾ ਰਿਹਾ ਹੈ? ਕਿ ਸਿਰਫ ਸਰਕਾਰ ਦੇ ਨੇੜੇ ਹੋਣ ਕਾਰਨ ਹੀ ਜ਼ਮਾਨਤ ਦਿੱਤੀ ਜਾਂਦੀ ਹੈ ਜਾਂ ਸੁਪਰੀਮ ਕੋਰਟ ਜਿਹੜੀ ਕਾਨੂੰਨ ਦੇ ਅਨੁਸਾਰ ਜਿਹੜੀ ਜ਼ਮਾਨਤ ਆ ਉਹ ਦਿੰਦੀ ਹੈਗੀ? ਸੋ ਇਸ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਲਗਭਗ ਬਹੁਤ ਸਾਰੇ ਲੋਕਾਂ ਨੇ ਇਹਦਾ ਵਿਰੋਧ ਕੀਤਾ ਹੈ। ਬਹੁਤ ਸਾਰੇ ਹਿੰਦੂ ਤੇ ਮੇਨ ਸਟ੍ਰੀਮ ਪੱਤਰਕਾਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਤੋ ਭਾਰਤ ਦੇ ਇੱਕ ਜਿਹੜਾ ਕਮੇਡੀਅਨ ਹੈ ਉਸਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਟਵੀਟ ਕੀਤਾ ਹੈ। ਉਸਨੇ ਆਖਿਆ ਕਿ ਸੁਪਰੀਮ ਕੋਰਟ ਦਾ ਇਹ ਫੈਸਲਾ ਕਾਨੂੰਨ ਦੇ ਮਾਪਦੰਡਾਂ ਦਾ ਵਿਰੋਧ ਕਰਦਾ ਹੈ ਕਿਉਂਕਿ ਉਸ ਨੂੰ ਸਾਰਿਆਂ ਨੂੰ ਉਲੰਘ ਕੇ ਉਹਦੀ ਕੇਸ ਦੀ ਸੁਣਵਾਈ ਰਜਿਸਟਰੀ ਕੀਤੀ ਗਈ ਤੇ ਉਸ ਨੂੰ ਇੱਕਦਮ ਜ਼ਮਾਨਤ ਦੇ ਦਿੱਤੀ ਗਈ। ਸੋ ਹੁਣ ਜਿਹੜੇ ਉਸ ਕਮੇਡੀਅਨ ਨੇ ਟਵੀਟ ਕੀਤੇ ਸੀ ਉਹਦੇ ਤੇ ਇਹ ਆਖਿਆ ਜਾ ਰਿਹਾ ਹੈ ਕਿ ਕਮੇਡੀਅਨ ਨੇ ਅਦਾਲਤ ਦਾ ਅਪਮਾਨ ਕੀਤਾ ਹੈ। ਸੋ ਉਸ ਕਮੇਡੀਅਨ ਤੇ ਅਦਾਲਤ ਦਾ ਅਪਮਾਨ ਕਰਨ ਦਾ ਮੁਕੱਦਮਾ ਚਲਾਇਆ ਜਾਵੇ। ਹੁਣ ਇਸ ਮਾਮਲੇ ਤੇ ਵੀ ਸੁਪਰੀਮ ਕੋਰਟ ਦੇ ਦੋਹਰੇ ਮਾਪਦੰਡ ਸਾਹਮਣੇ ਆ ਰਹੇ ਨੇ। ਸੁਪਰੀਮ ਕੋਰਟ ਨੇ ਅਰਨਬ ਗੋਸਵਾਮੀ ਵਾਲੇ ਕੇਸ ਵਿੱਚ ਫੈਸਲਾ ਸੁਣਾਉਂਦੇ ਆਖਿਆ ਹੈ ਕਿ ਜੇ ਕਿਸੇ ਨੂੰ ਕੋਈ ਚੈਨਲ ਪਸੰਦ ਨਹੀਂ ਹੈ ਤਾਂ ਉਹ ਨਾ ਦੇਖੋ। ਜੇ ਤੁਹਾਨੂੰ ਕਿਸੇ ਦੇ ਵਿਚਾਰ ਪਸੰਦ ਨਹੀਂ ਹਨ, ਨਾ ਸੁਣੋ, ਨਾ ਦੇਖੋ। ਇਸ ਲਈ ਉਹ ਜੱਜ ਕਹਿੰਦਾ ਸੁਪਰੀਮ ਕੋਰਟ ਦਾ ਵੀ ਮੈਨੂੰ ਉਹ ਚੈਨਲ ਪਸੰਦ ਨਹੀਂ, ਮੈਂ ਨਹੀਂ ਦੇਖਦਾ, ਤੁਸੀਂ ਕਾਹਦੇ ਦੇਖਦੇ ਹੋ? ਇਸ ਕਰਕੇ ਉਹਨੂੰ ਗ੍ਰਿਫਤਾਰ ਕਰਨ ਦੀ ਲੋੜ ਨਹੀਂ। ਜੇ ਉਹ ਆਪਦੇ ਰਾਜਨੀਤਿਕ ਵਿਚਾਰ ਨੇ ਉਹਨਾਂ ਨੂੰ ਸੁਣਨ ਤੋਂ ਬੰਦ ਕਰ ਦਿੱਤਾ ਜਾਵੇ। ਸੋ ਇਹਦਾ ਮਤਲਬ ਵੀ ਕੋਈ ਵੀ ਕੁਛ ਵੀ ਕਹਿ ਸਕਦਾ, ਉਹਦੇ ਵੱਲ ਧਿਆਨ ਨਾ ਦਿਓ। ਹੁਣ ਜਦੋਂ ਉਸ ਕਮੇਡੀਅਨ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਟਵੀਟ ਕੀਤਾ ਹੈ ਤਾਂ ਉਹਦੇ ਤੇ ਕੇਸ ਦਰਜ ਕਰਾਉਣ ਦੇ ਯਤਨ ਹੋ ਰਹੇ ਨੇ। ਜੇ ਸੁਪਰੀਮ ਕੋਰਟ ਆਪਣੇ
ਆਪਣੇ ਹੀ ਸ਼ਬਦਾਂ ਦੀ ਪਾਬੰਦ ਰਹਿੰਦੀ ਤਾਂ ਸੁਪਰੀਮ ਕੋਰਟ ਨੂੰ ਵੀ ਇਹ ਨਹੀਂ ਸੀ ਚਾਹੀਦਾ ਕਿ ਉਹਦੇ ਟਵੀਟ ਸੁਣੇ ਜਾਣ। ਜੇ ਸੁਪਰੀਮ ਕੋਰਟ ਕਿਸੇ ਦੇ ਟਵੀਟਾਂ ਨੂੰ ਪਸੰਦ ਨਹੀਂ ਕਰਦੀ, ਸੋਸ਼ਲ ਮੀਡੀਆ ਤੇ ਕੀਤੇ ਜਾ ਰਹੀਆਂ ਟਿੱਪਣੀਆਂ ਨੂੰ ਪਸੰਦ ਨਹੀਂ ਕਰਦੀ, ਤਾਂ ਸੁਪਰੀਮ ਕੋਰਟ ਕਿਉਂ ਉਹਦੇ ਟਵੀਟ ਦੇਖ ਰਹੀ ਹੈ? ਜੇ ਇਹ ਆਖਿਆ ਜਾ ਰਿਹਾ ਹੈ ਕਿ ਤੁਸੀਂ ਉਸ ਚੈਨਲ ਨੂੰ ਨਾ ਦੇਖੋ, ਤਾਂ ਸੁਪਰੀਮ ਕੋਰਟ ਟਵੀਟ ਕਿਉਂ ਦੇਖ ਰਹੀ ਹੈ? ਜਿਹੜਾ ਸੁਪਰੀਮ ਕੋਰਟ ਦੇ ਖਿਲਾਫ ਟਵੀਟ ਕਰਦਾ ਉਹਦੇ ਤੇ ਮੁਕੱਦਮਾ ਦਰਜ ਕਰ ਰਹੇ ਨੇ। ਜਿਹੜਾ ਬੰਦਾ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਖਿਲਾਫ ਬਕਵਾਸ ਮਾਰ ਰਿਹਾ ਹੈ ਲਗਾਤਾਰ ਪੱਤਰਕਾਰ ਹੋਣ ਦਾ ਢੋਂਗ ਰਚ ਕੇ, ਉਹਦੇ ਬਾਰੇ ਕਿਹਾ ਜਾ ਰਿਹਾ ਕਿ ਤੁਸੀਂ ਉਸ ਦਾ ਚੈਨਲ ਨਾ ਦੇਖੋ। ਇਹ ਸੁਪਰੀਮ ਕੋਰਟ ਦੇ ਦੋਹਰੇ ਮਾਪਦੰਡ ਨੇ। ਸੋ ਲਗਾਤਾਰ ਜਿਹੜੀ ਸੁਪਰੀਮ ਕੋਰਟ ਆ ਉਹ ਸਿਆਸਤ ਤੋਂ ਪ੍ਰੇਰਿਤ ਆ ਜਿਹੜੇ ਫੈਸਲੇ ਲੈ ਰਹੀ ਹੈ। ਇਸੇ ਤਰ੍ਹਾਂ ਦਾ ਇੱਕ ਫੈਸਲਾ ਅਗਸਤ ਮਹੀਨੇ ਵਿੱਚ ਆਇਆ। ਪੰਜਾਬ ਦਾ ਕੋਈ ਕੇਸ ਸੀ 1982-83 ਦਾ, ਕਿਸੇ ਦਾ ਕਤਲ ਹੋਇਆ ਸੀ, ਕਿਸੇ ਹਿੰਦੂ ਰਾਜਨੀਤਿਕ ਲੀਡਰ ਦਾ ਕਤਲ ਹੋਇਆ ਸੀ। ਉਹਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਗ੍ਰਿਫਤਾਰੀ ਹੋਣੀ ਬਣਦੀ ਸੀ ਕਿਉਂਕਿ 302 ਦਾ ਕੇਸ ਸੀ। ਉਹਦੇ ਬਾਰੇ ਸੁਪਰੀਮ ਕੋਰਟ ਨੇ ਇਹ ਟਿੱਪਣੀਆਂ ਕੀਤੀਆਂ ਕਿ 36 ਸਾਲ ਹੋ ਗਏ ਆ ਕੇਸ ਨੂੰ ਲਟਕਦਿਆਂ, ਹਾਲੇ ਤੱਕ ਉਸ ਬੰਦੇ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਜਿਸ ਨੂੰ ਦੋਸ਼ੀ ਸਾਬਤ ਕੀਤਾ ਜਾ ਰਿਹਾ ਹੈ ਜਾਂ ਜਿਹਦੇ ਤੇ ਦੋਸ਼ ਲੱਗ ਰਹੇ ਹਨ ਕਤਲ ਕਰਨ ਦੇ, ਹੈ ਨਾ, ਵੀ ਹਾਲੇ ਤੱਕ ਕਿਉਂ ਉਹਦੀ ਗ੍ਰਿਫਤਾਰੀ ਨਹੀਂ ਹੋਈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਝਾੜ ਪਾਈ ਸੁਪਰੀਮ ਕੋਰਟ ਨੇ ਵੀ ਤੁਸੀਂ ਸਰਕਾਰ ਚਲਾਉਣੀ ਹੈ ਕਿ ਨਹੀਂ, ਉਸ ਬੰਦੇ ਨੂੰ ਇੱਕਦਮ ਗ੍ਰਿਫਤਾਰ ਕਰੋ। 1 ਮਹੀਨੇ ਬਾਅਦ ਹੀ ਇਸੇ ਤਰ੍ਹਾਂ ਦਾ 302 ਦਾ ਇੱਕ ਹੋਰ ਕੇਸ ਸੁਪਰੀਮ ਕੋਰਟ ਵਿੱਚ ਆਉਂਦਾ ਹੈ, ਜਿਹਦੇ ਵਿੱਚ ਪੰਜਾਬ ਦਾ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਫਸਿਆ ਹੋਇਆ ਹੈ। ਸੁਮੇਧ ਸਿੰਘ ਸੈਣੀ ਨੇ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਹੈ। ਮੁਕੱਦਮਾ ਉਹਦੇ ਤੇ ਵੀ 302 ਦਾ ਹੈ, ਮੁਕੱਦਮਾ ਉਸ ਸਿੱਖ ਨੌਜਵਾਨ ਤੇ ਵੀ 302 ਦਾ ਸੀ। ਜਦੋਂ ਉਸ ਦੀ ਅੰਤਰਮ ਬੇਲ ਆ, ਜਿਹਨੂੰ ਅੰਟੈਰਮ ਬੇਲ ਆ, ਜਿਹੜੀ ਅਗਾਊਂ ਜ਼ਮਾਨਤ ਆ, ਉਹਦੀ ਅਰਜ਼ੀ ਸੁਪਰੀਮ ਕੋਰਟ ਦੇ ਸਾਹਮਣੇ ਲੱਗੀ ਤਾਂ ਸੁਪਰੀਮ ਕੋਰਟ ਦੀ ਇਹ ਟਿੱਪਣੀ ਸੀ ਕਿ ਤੁਹਾਨੂੰ ਇੰਨੀ ਗ੍ਰਿਫਤਾਰੀ ਕਰਨ ਦੀ ਕਾਹਲ ਕਿਉਂ ਪਈ ਹੋਈ ਹੈ। ਇੱਕ ਪਾਸੇ ਕਹਿ ਰਹੀ ਹੈ ਕਿ 36 ਸਾਲ ਪੁਰਾਣੇ ਕੇਸ ਵਿੱਚ ਗ੍ਰਿਫਤਾਰੀ ਕਿਉਂ ਨਹੀਂ ਹੋਈ, ਦੂਜਾ 30 ਸਾਲ ਪੁਰਾਣਾ ਕੇਸ ਆ ਉਹਦੇ ਵਿੱਚ ਕਹਿ ਰਹੀ ਹੈ ਕਿ ਤੁਹਾਨੂੰ ਗ੍ਰਿਫਤਾਰੀ ਕਰਨ ਦੀ ਕਾਹਲ ਕਿਉਂ ਪਈ ਹੋਈ ਹੈ। ਦੇਖੋ ਸੁਪਰੀਮ ਕੋਰਟ ਦੇ ਦੋਹਰੇ ਮਾਪਦੰਡਾਂ ਸਾਹਮਣੇ ਆ ਰਿਹਾ। ਇੱਕੋ ਜਿਹਾ ਕੇਸ ਆ, ਜਿਹੜਾ 36 ਸਾਲ ਪੁਰਾਣਾ ਕੇਸ ਆ ਉਹਦੇ ਵਿੱਚ ਪਤਾ ਨਹੀਂ ਕੋਈ ਗਵਾਹ ਹੈਗਾ ਕਿ ਨਹੀਂ, ਪਰ ਜਿਹੜਾ 30 ਸਾਲ ਪੁਰਾਣਾ ਕੇਸ ਆ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ, ਉਹਦੇ ਵਿੱਚ 2 ਮਾਦਾ ਮਾਫ ਗਵਾਹ ਨੇ, 2 ਜਾਂ 3 ਹੋਰ ਚਸ਼ਮਦੀਦ ਗਵਾਹ ਨੇ ਜਿਹੜੇ ਉੱਥੇ ਗ੍ਰਿਫਤਾਰ ਸੀ ਬੰਦੇ, ਉਹ ਤੋਂ ਬਾਅਦ ਹੋਰ ਬਹੁਤ ਸਾਰੇ ਗਵਾਹ ਨੇ। ਇਹਦੇ ਬਾਵਜੂਦ ਵੀ ਉਹਦਾ ਕੇਸ ਲਗਾਤਾਰ ਲਟਕਾਇਆ ਜਾ ਰਿਹਾ। ਉਹ ਸਿਆਸਤ ਤੋਂ ਪ੍ਰੇਰਿਤ ਕੇਸ ਆ ਜਿਹੜਾ, ਉਹਨੂੰ ਲੰਮਾ ਸਮਾਂ ਦਿੱਤਾ ਜਾ ਰਿਹਾ ਤਾਂ ਕਿ ਉਹ ਲਟਕਦਾ ਰਹੇ ਤੇ ਜਿਹੜਾ ਸਰਕਾਰ ਆ ਉਹ ਚਲਾਨ ਪੇਸ਼ ਨਾ ਕਰ ਸਕੇ। ਹੁਣ ਸੁਪਰੀਮ ਕੋਰਟ ਵਿੱਚ ਸਿਆਸਤ ਚੱਲ ਰਹੀ ਹੈ। ਉਸ ਕੇਸ ਨੂੰ, ਸੁਮੇਧ ਸਿੰਘ ਸੈਣੀ ਵਾਲੇ ਕੇਸ ਨੂੰ ਲਟਕਾਇਆ ਜਾ ਰਿਹਾ ਵਾਰ-ਵਾਰ ਤਾਂ ਕਿ 5-6 ਮਹੀਨੇ ਉਹਦੇ ਤੇ ਫੈਸਲਾ ਹੀ ਨਾ ਆਵੇ, ਤਾਂ ਕਿ ਜਿਹੜੀ ਸਰਕਾਰ ਹੈ ਉਹ ਚਲਾਨ ਪੇਸ਼ ਨਾ ਕਰ ਸਕੇ। ਇੰਨੇ ਵੱਡੇ ਸਬੂਤ ਹੋਣ ਦੇ ਬਾਵਜੂਦ ਵੀ ਉਹਦੇ ਕੇਸ ਦੀ ਸੁਣਵਾਈ ਨਹੀਂ ਹੋ ਰਹੀ। ਇਸੇ ਤਰ੍ਹਾਂ ਦਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਭਾਈ ਲਾਲ ਸਿੰਘ ਜੀ ਦੀ, ਕਿ ਹੁਣ ਰਿਹਾਈ ਹੋ ਚੁੱਕੀ ਹੈ। ਉਸ ਦੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਨੇ ਰਿਹਾਈ ਕਰ ਦਿੱਤੀ ਸੀ, ਪਰ ਉਹ ਤੋਂ 15-20 ਦਿਨਾਂ ਬਾਅਦ ਹੀ ਗੁਜਰਾਤ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਉਸ ਕੇਸ ਦੇ ਖਿਲਾਫ ਰਿਟ ਪਾ ਦਿੱਤੀ। ਸੁਪਰੀਮ ਕੋਰਟ ਨੇ ਸਭ ਤੋਂ ਪਹਿਲਾਂ ਉਸ ਦੀ ਜ਼ਮਾਨਤ ਰੱਦ ਕਰਕੇ ਉਹਨੂੰ ਜੇਲ੍ਹ ਭੇਜਿਆ। ਹਾਲਾਂਕਿ ਇਹ ਕਿਹਾ ਜਾ ਸਕਦਾ ਸੀਗਾ ਵੀ ਕੇਸ ਦੀ ਸੁਣਵਾਈ ਹੋ ਲੈਣ ਦਿਓ, ਉਹਨੂੰ ਜ਼ਮਾਨਤ ਦਿੱਤੀ ਜਾਵੇ ਵੀ ਹਾਲੇ ਉਹ ਜ਼ਮਾਨਤ ਤੇ ਬਾਹਰ ਹੀ ਰਹੇ, ਪਰ ਉਸ ਕੇਸ ਦੀ ਸੁਣਵਾਈ ਵੀ 4-5 ਸਾਲ ਲਮਕਾ ਕੇ, ਜਦੋਂ ਤੱਕ ਇਹ ਫੈਸਲਾ ਆਉਣ ਦੀ ਉਮੀਦ ਨਹੀਂ ਹੋਗੀ ਕਿ ਅਦਾਲਤ ਭਾਰਤ ਸਰਕਾਰ ਦੇ ਹੱਕ ਵਿੱਚ ਫੈਸਲਾ ਕਰੇਗੀ, ਉਦੋਂ ਤੱਕ ਉਹ ਕੇਸ ਚੱਲਣ ਨਹੀਂ ਦਿੱਤਾ ਗਿਆ। ਸੋ ਇਸ ਤਰ੍ਹਾਂ ਦੇ ਹਜ਼ਾਰਾਂ ਕੇਸ ਨੇ। ਇਹਦੇ ਨਾਲ ਹੀ ਹੁਣ ਇਹ ਸਵਾਲ ਵੀ ਹਿੰਦੂ ਪੱਤਰਕਾਰਾਂ ਵੱਲੋਂ ਉਠਾਏ ਜਾ ਰਹੇ ਨੇ ਕਿ ਜੇ ਅਰਨਬ ਗੋਸਵਾਮੀ ਨੂੰ ਪੱਤਰਕਾਰ ਹੋਣ ਦੇ ਨਾਤੇ ਜ਼ਮਾਨਤ ਦਿੱਤੀ ਗਈ ਹੈ, ਤਾਂ ਉੱਤਰ ਪ੍ਰਦੇਸ਼ ਵਿੱਚ ਪਿਛਲੇ ਮਹੀਨੇ 2 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਦੱਖਣੀ ਭਾਰਤ ਨਾਲ ਸੰਬੰਧਿਤ ਸਨ। ਉਹ ਉਸ ਬੱਚੀ ਦਾ ਕੇਸ, ਜਿਸ ਦਾ ਕਿ ਜਬਰ ਜਨਾਹ ਕਰਕੇ ਕਤਲ ਕਰ ਦਿੱਤਾ ਗਿਆ ਸੀ, ਉਹਦੀ ਰਿਪੋਰਟਿੰਗ ਕਰਨ ਗਏ ਸਨ। ਸੋ ਯੂਪੀ ਸਰਕਾਰ ਨੇ ਉਹਨਾਂ ਨੂੰ 2-2.5 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਹੈ ਗੈਰ ਕਾਨੂੰਨੀ ਗਤੀਵਿਧੀਆਂ ਦੇ ਕੇਸ ਵਿੱਚ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦਾ ਇੱਕ ਬਹੁਤ ਹੀ ਆਲਾ ਪੱਤਰਕਾਰ ਹੈ ਜਿਹਨੂੰ ਕੌਮਾਂਤਰੀ ਤੌਰ ਤੇ ਸਨਮਾਨ ਹਾਸਲ ਹੋ ਚੁੱਕੇ ਹਨ, ਉਹਨੂੰ ਆਪਣੇ ਲੋਕਾਂ ਦੇ ਹੱਕ ਵਿੱਚ ਬੋਲਣ ਕਾਰਨ ਉਹਨੂੰ ਵੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਤਹਿਤ ਗ੍ਰਿਫਤਾਰ ਕੀਤਾ ਹੋਇਆ। 2 ਸਾਲ ਤੋਂ ਉਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ। ਸੋ ਉਹਨਾਂ ਦੀ ਪਰਸਨਲ ਲਿਬਰਟੀ ਆ, ਜਿਹੜੀ ਨਿੱਜੀ ਆਜ਼ਾਦੀ ਆ, ਉਹ ਕਿੱਥੇ ਚਲੀ ਜਾਂਦੀ ਹੈ? ਸੁਪਰੀਮ ਕੋਰਟ ਸਿਰਫ ਉਹਨਾਂ ਲੋਕਾਂ ਦੇ ਕੇਸ ਬੜੀ ਤੇਜ਼ੀ ਨਾਲ ਸੁਣਦੀ ਆ ਜਿਨ੍ਹਾਂ ਦੀ ਸਰਕਾਰਾਂ ਨਾਲ ਗਿੱਟਮਿੱਟ ਹੈ, ਜਿਨ੍ਹਾਂ ਦੀ ਸਰਕਾਰਾਂ ਤੱਕ ਪਹੁੰਚ ਹੈ, ਜਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਵੱਡੇ ਵਕੀਲ ਕਰਨ ਦਾ। ਸੋ ਅਸੀਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਕੇਸਾਂ ਵਿੱਚ ਇਸ ਤਰ੍ਹਾਂ ਹੋਇਆ ਹੈ। ਪੰਜਾਬ ਤਾਂ ਬਹੁਤ ਲੰਮੇ ਸਮੇਂ ਤੋਂ ਇਹਦਾ ਸੰਤਾਪ ਭੋਗ ਰਿਹਾ ਹੈ। ਜਦੋਂ ਪੰਜਾਬ ਦੇ ਪਾਣੀ ਖੋਲ੍ਹੇ ਗਏ,
ਪੰਜਾਬ ਦੇ ਇਲਾਕੇ ਖੋਲ੍ਹੇ ਗਏ। ਹੁਣ ਵੀ ਪੰਜਾਬ ਦੇ ਜਿਹੜੀ ਨਹਿਰ ਬਣਾਉਣ ਦਾ, ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਜਿਹੜਾ ਕੇਸ ਹੈ ਉਹ ਫੈਸਲੇ ਦੇ ਕੰਢੇ ਤੇ ਹੈ, ਔਰ ਸਾਰੇ ਪੰਜਾਬ ਨੂੰ ਪਤਾ ਹੈ ਕਿ ਫੈਸਲਾ ਪੰਜਾਬ ਦੇ ਖਿਲਾਫ ਆਵੇਗਾ। ਪੰਜਾਬ ਕਹਿ ਰਿਹਾ ਹੈ ਕਿ ਪਾਣੀ ਦੀ ਵੰਡ ਦਾ ਮਸਲਾ ਪਹਿਲਾਂ ਨਿਬੇੜਿਆ ਜਾਵੇ ਤਾਂ ਨਹਿਰ ਬਣਾਈ ਜਾਵੇ, ਪਰ ਸੁਪਰੀਮ ਕੋਰਟ ਇਸ ਗੱਲ ਤੇ ਅੜੀ ਹੋਈ ਹੈ ਕਿ ਤੁਸੀਂ ਨਹਿਰ ਬਣਾ ਦਿਓ, ਪਾਣੀ ਦਾ ਫੈਸਲਾ ਬਾਅਦ ਚ ਕਰ ਲਿਆ ਜਾਊਗਾ। ਜਦੋਂ ਪਾਣੀ ਹੀ ਹੈ ਨਹੀਂ, ਨਹਿਰ ਬਣਾਉਣ ਦਾ ਕੀ ਤੁਕ ਮੰਨੀ ਜਾ ਸਕਦੀ ਹੈ। ਪਰ ਕਿਉਂਕਿ ਫੈਸਲੇ ਸਿਆਸਤ ਤੋਂ ਪ੍ਰੇਰਿਤ ਆ ਰਹੇ ਨੇ, ਇਸ ਲਈ ਅਦਾਲਤਾਂ ਇੱਕ ਸਿਆਸਤ ਦੇ ਅਖਾੜੇ ਬਣ ਚੁੱਕੀਆਂ ਨੇ। ਸੋ ਅਰਨਬ ਗੋਸਵਾਮੀ ਵਾਲੇ ਕੇਸ ਨੇ ਭਾਰਤੀ ਅਦਾਲਤਾਂ ਦੇ ਸਿਆਸੀਕਰਨ ਦਾ ਜਿਹੜਾ ਚਿਹਰਾ ਹੈ ਉਹ ਬੇਨਕਾਬ ਕੀਤਾ ਹੈ। ਔਰ ਇਸ ਪੱਖੋਂ ਇੱਕ ਖੁਸ਼ੀ ਦੀ ਗੱਲ ਹੈ ਕਿ ਭਾਰਤ ਦਾ ਹਿੰਦੂ ਬਹੁਗਿਣਤੀ ਵਿੱਚੋਂ ਇਸ ਕਿਸਮ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਸੁਪਰੀਮ ਕੋਰਟ ਦੇ ਇਹਨਾਂ ਫੈਸਲਿਆਂ ਦੇ ਖਿਲਾਫ ਲਗਾਤਾਰ ਹੁਣ ਆਵਾਜ਼ਾਂ ਉੱਠਣ ਲੱਗੀਆਂ ਨੇ ਕਿ ਇੱਕ ਧਿਰ ਨੂੰ ਜਿਹੜੀ 2 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਉਹਦੀ ਨਿੱਜੀ ਆਜ਼ਾਦੀ ਦਾ ਕੋਈ ਵੀ ਨਹੀਂ ਕੀਤਾ ਜਾ ਰਿਹਾ, ਪਰ ਦੂਜੇ ਪਾਸੇ ਜਿਹੜਾ ਕਿ ਹਿੰਦੂ ਪੱਤਰਕਾਰ ਸਰਕਾਰ ਦੇ ਨੇੜੇ ਆ ਉਹਨੂੰ 2 ਦਿਨਾਂ ਵਿੱਚ ਹੀ ਜ਼ਮਾਨਤ ਦੇ ਦਿੱਤੀ ਜਾ ਰਹੀ ਹੈ। ਸੋ ਅਸੀਂ ਦੇਖ ਸਕਦੇ ਹਾਂ ਵੀ ਭਾਈ ਜਸਵੰਤ ਸਿੰਘ ਖਾਲੜਾ ਵਾਲਾ ਕੇਸ, ਪੰਜਾਬ ਦੇ ਪਾਣੀਆਂ ਦਾ ਕੇਸ, ਸਤਲੁਜ ਯਮੁਨਾ ਲਿੰਕ ਨਹਿਰ ਦਾ ਕੇਸ, ਪੰਜਾਬ ਦੇ ਇਲਾਕਿਆਂ ਦਾ ਕੇਸ, ਜਾਂ ਹੋਰ ਵੀ ਬਹੁਤ ਸਾਰੇ ਭਾਰਤ ਦੇ ਕੇਸ ਨੇ ਜਿਨ੍ਹਾਂ ਵਿੱਚ ਲਗਾਤਾਰ ਸੁਪਰੀਮ ਕੋਰਟ ਅੜਿੱਕੇ ਢਾ ਰਹੀ ਹੈ ਕਿਉਂਕਿ ਸਿਆਸਤ ਤੋਂ ਪ੍ਰੇਰਿਤ ਫੈਸਲੇ ਲਏ ਜਾ ਰਹੇ ਨੇ। ਤਾਜ਼ਾ ਕੇਸ ਸੁਮੀਤ ਸਿੰਘ ਸੈਣੀ ਵਾਲਾ ਹੈ ਜਿਹਦੇ ਵਿੱਚ ਕਿ ਲਗਾਤਾਰ ਲਟਕਾ ਕੇ ਉਹਨੂੰ ਨਾ ਜ਼ਮਾਨਤ ਦਿੱਤੀ ਜਾ ਰਹੀ ਹੈ, ਨਾ ਜ਼ਮਾਨਤ ਰੱਦ ਕੀਤੀ ਜਾ ਰਹੀ ਹੈ, ਤੇ ਕੋਈ ਵੀ ਫੈਸਲਾ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਪੰਜਾਬ ਸਰਕਾਰ ਚਲਾਨ ਪੇਸ਼ ਨਾ ਕਰ ਸਕੇ ਅਤੇ ਉਦੋਂ ਤੱਕ ਉਹ ਆਪਣੀ ਕੋਈ ਕਾਰਵਾਈ ਕਰਦਾ ਰਹੇ। ਸੋ ਅਸੀਂ ਦੇਖ ਸਕਦੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਦਾ ਜਿਹੜਾ ਸਿਆਸੀਕਰਨ ਆ ਉਹ ਹੋ ਚੁੱਕਿਆ, ਬਹੁਤ ਵੱਡੀ ਪੱਧਰ ਤੇ ਹੋ ਚੁੱਕਿਆ, ਪਿਛਲੇ 50 ਸਾਲਾਂ ਤੋਂ ਹੋ ਚੁੱਕਿਆ। ਹੁਣ ਉਸ ਸਿਆਸੀਕਰਨ ਦੇ ਖਿਲਾਫ ਕੁਝ ਆਵਾਜ਼ਾਂ ਉੱਠਣ ਲੱਗੀਆਂ ਨੇ, ਜਿਹੜਾ ਇੱਕ ਸ਼ੁਭ ਸ਼ਗਨ ਹੈ। ਜਦੋਂ ਤੱਕ ਹਿੰਦੂ ਸਮਾਜ ਵਿੱਚੋਂ ਇਸ ਤਰ੍ਹਾਂ ਦੀਆਂ ਆਵਾਜ਼ਾਂ ਨਹੀਂ ਉੱਠਦੀਆਂ, ਅਸੀਂ ਸਮਝਦੇ ਹਾਂ ਕਿ ਭਾਰਤੀ ਸੁਪਰੀਮ ਕੋਰਟ ਦੇ ਸਿਆਸੀਕਰਨ ਨੂੰ ਠੱਲ ਨਹੀਂ ਪਾਇਆ ਜਾ ਸਕੇਗੀ। ਸੋ ਇੱਕ ਚੰਗਾ ਕਦਮ ਹੈ। ਬਹੁਤ ਸਾਰੇ ਹਿੰਦੂ ਪੱਤਰਕਾਰ ਬੋਲੇ ਨੇ, ਬਹੁਤ ਸਾਰੀਆਂ ਹੋਰ ਸੰਸਥਾਵਾਂ ਬੋਲੀਆਂ ਨੇ ਸੁਪਰੀਮ ਕੋਰਟ ਦੇ ਇਸ ਸਿਆਸੀਕਰਨ ਦੇ ਖਿਲਾਫ। ਇੱਕ ਕਮੇਡੀਅਨ ਵੀਰ ਜਿਹਨੇ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦੇ ਖਿਲਾਫ ਟਵੀਟ ਕੀਤਾ ਹੈ, ਉਹਨੇ ਸਪਸ਼ਟ ਰੂਪ ਵਿੱਚ ਆਖਿਆ ਕਿ ਮੈਂ ਅਦਾਲਤ ਦਾ ਸਾਹਮਣਾ ਕਰਨ ਨੂੰ ਤਿਆਰ ਹੈ, ਨਾ ਮੈਂ ਕੋਈ ਵਕੀਲ ਕਰਾਂਗਾ, ਨਾ ਮੈਂ ਕੋਈ ਜੁਰਮਾਨਾ ਭਰਾਂਗਾ। ਸੁਪਰੀਮ ਕੋਰਟ ਜਿਹੜੀ ਵੀ ਸਜ਼ਾ ਸੁਣਾਉਣੀ ਹੈ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ, ਪਰ ਸੁਪਰੀਮ ਕੋਰਟ ਦੇ ਦੋਹਰੇ ਮਾਪਦੰਡ ਨੂੰ ਮੈਂ ਅਦਾਲਤ ਵਿੱਚ ਪੇਸ਼ ਹੋ ਕੇ ਹੀ ਬੇਨਕਾਬ ਕਰਾਂਗਾ। ਅਸੀਂ ਸਮਝਦੇ ਹਾਂ ਵੀ ਭਾਰਤੀ ਸਮਾਜ ਦਾ ਇੱਕ ਚੰਗਾ ਕਰਮ ਹੈ, ਉਹ ਸਿਆਸਤ ਦੀ ਤਾਨਾਸ਼ਾਹੀ ਦੇ ਅਦਾਲਤਾਂ ਦੀ ਜਿਹੜਾ ਸਿਆਸੀਕਰਨ ਹੈ ਉਹਦੇ ਖਿਲਾਫ ਆਵਾਜ਼ ਉਠਾ ਰਹੇ ਨੇ। ਇਹ ਆਵਾਜ਼ ਜੇ ਉੱਠੇਗੀ, ਕਾਫਲਾ ਬਣੇਗਾ ਤਾਂ ਜੋ ਅਦਾਲਤਾਂ ਦਾ ਸਿਆਸੀਕਰਨ ਹੈ ਉਹਨੂੰ ਬੰਦ ਕੀਤਾ ਜਾ ਸਕੇਗਾ ਅਤੇ ਅਦਾਲਤਾਂ ਇੱਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਫੈਸਲੇ ਕਰ ਸਕਣਗੀਆਂ। ਸਾਰਿਆਂ ਦੀ ਆਜ਼ਾਦੀ ਆ ਜਿਹੜੀ ਉਹ ਅਦਾਲਤਾਂ ਦਾ ਮੁੱਖ ਏਜੰਡਾ ਬਣੇਗੀ, ਨਾ ਕਿ ਕੁਝ ਚੋਣਵੇਂ ਲੋਕਾਂ ਦੀ ਆਜ਼ਾਦੀ। ਜਿਨ੍ਹਾਂ ਕੋਲ ਪੈਸਾ ਹੈ ਅਤੇ ਜਿਨ੍ਹਾਂ ਕੋਲ ਸਿਆਸਤਦਾਨਾਂ ਨਾਲ ਜਿਨ੍ਹਾਂ ਦੇ ਸਬੰਧ ਹਨ, ਸਿਰਫ ਉਹਨਾਂ ਨੂੰ ਇਹ ਆਜ਼ਾਦੀ ਨਾ ਮਿਲੇ, ਸਮੁੱਚੀ ਦੁਨੀਆ ਨੂੰ, ਸਮੁੱਚੀ ਮਨੁੱਖਤਾ ਨੂੰ ਤੇ ਭਾਰਤ ਦੇ ਸਮੁੱਚੇ ਜਿਹੜੇ ਪੀੜਤ ਲੋਕ ਨੇ, ਜਿਹੜੇ ਜੇਲ੍ਹਾਂ ਵਿੱਚ ਬੰਦ ਨੇ, ਕਈ ਸਾਲਾਂ ਤੋਂ ਤੜਫ ਰਹੇ ਨੇ ਜ਼ਮਾਨਤ ਲਈ, ਉਹਨਾਂ ਸਾਰਿਆਂ ਦੀ ਸੁਣਵਾਈ ਹੋਵੇ ਤੇ ਉਹਨਾਂ ਨੂੰ ਇਨਸਾਫ ਮਿਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।